ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਚੇ ਜਿਵੇਂ ਕਿ ਆਪਾਂ ਕੀ ਕਹਿੰਦੇ ਸਾਇੰਟੀਫਿਕ ਮੈਨੇਜਮੈਂਟ ਕਰ ਰਹੇ ਸੀ, ਉਹਦਾ ਮੀਨਿੰਗ ਕੀਤਾ ਸੀ ਐਂਡ ਸਾਇੰਟੀਫਿਕ ਮੈਨੇਜਮੈਂਟ ਦੇ ਕੀ ਕੀਤੇ ਸੀ, ਫੀਚਰਸ ਕੀਤੇ ਸੀ। ਨੈਕਸਟ ਵਨ ਇਜ਼ ਦੈਟ ਕਿ ਵਾਟ ਆਰ ਦ ਆਬਜੈਕਟਿਵਸ ਆਫ ਸਾਇੰਟੀਫਿਕ ਮੈਨੇਜਮੈਂਟ, ਕਿ ਕੀ ਲੋੜ ਪਈ ਸਾਇੰਟੀਫਿਕ ਮੈਨੇਜਮੈਂਟ ਕਰਨ ਦੀ, ਕੀ ਲੋੜ ਸੀ ਸਾਇੰਟੀਫਿਕ ਮੈਨੇਜਮੈਂਟ ਨੂੰ ਲੈ ਕੇ ਆਉਣ ਦੀ। ਵੀ ਜੇ ਲੈ ਕੇ ਆਉਂਦਾ ਵਾ ਟੇਲਰ ਨੇ ਤਾਂ ਕਿਉਂ ਲੈ ਕੇ ਆਉਂਦਾ, ਠੀਕ ਹੈ। ਫਸਟ ਆਫ ਆਲ ਅਡੋਪਸ਼ਨ ਆਫ ਸਾਇੰਟੀਫਿਕ ਮੈਥਡਸ, ਕਹਿੰਦਾ ਕਿ ਸਾਇੰਟੀਫਿਕ ਮੈਨੇਜਮੈਂਟ ਤਾਂ ਕਰਕੇ ਲੈ ਕੇ ਆਉਂਦੀ ਸੀ ਤਾਂ ਜੋ ਕੀ ਹੋ ਸਕੇ, ਸਾਇੰਸ ਦੇ ਮੈਥਡਸ ਯੂਜ਼ ਹੋ ਸਕਣ, ਠੀਕ ਹੈ। ਹਰ ਇੱਕ ਚੀਜ਼ ਐਕਸਪੈਰੀਮੈਂਟ ਦੇ ਜ਼ਰੀਏ ਹੋ ਸਕੇ ਐਂਡ ਹਰ ਇੱਕ ਚੀਜ਼ ਨੂੰ ਆਪਾਂ ਕੀ ਕਰ ਸਕੀਏ, ਹਰ ਇੱਕ ਚੀਜ਼ ਨੂੰ ਆਪਾਂ ਓਬਜ਼ਰਵ ਕਰਕੇ ਫਿਰ ਉਹਦੇ ਉੱਤੇ ਕੀ ਕਰ ਸਕੀਏ, ਐਕਸਪੈਰੀਮੈਂਟ ਕਰ ਸਕੀਏ, ਠੀਕ ਹੈ। ਨੈਕਸਟ ਵਨ ਇਜ਼ ਦੈਟ ਇੰਪਰੂਵਮੈਂਟ ਇਨ ਐਫੀਸ਼ੀਐਂਸੀ, ਕਹਿੰਦੇ ਆ ਕਿ ਜਦੋਂ ਆਪਾਂ ਸਾਇੰਟੀਫਿਕ ਮੈਨੇਜਮੈਂਟ ਯੂਜ਼ ਕਰਦੇ ਆਟੋਮੈਟਿਕਲੀ ਆਪਾਂ ਹਰ ਇੱਕ ਚੀਜ਼ ਦਾ ਇੱਕ ਵਨ ਬੈਸਟ ਵੇ ਲੱਭਦੇ ਹਾਂ ਐਂਡ ਜਦੋਂ ਆਪਾਂ ਹਰ ਇੱਕ ਚੀਜ਼ ਦਾ ਵਨ ਬੈਸਟ ਵੇ ਲੱਭਦੇ ਹਾਂ ਉਹਦੇ ਨਾਲ ਆਪਣੀ ਇੰਪਰੂਵਮੈਂਟ ਹੁੰਦੀ ਆ, ਆਪਣੀ ਓਬਵੀਅਸਲੀ ਆਪਣੀ ਆਊਟਪੁੱਟ ਇਨਕਰੀਜ਼ ਹੁੰਦੀ ਆ ਵਿਦ ਮਿਨੀਮਮ ਕੋਸਟ, ਠੀਕ ਹੈ। ਇਨਕਰੀਜ਼ ਇਨ ਪ੍ਰੋਡਕਸ਼ਨ, ਬੱਚੇ ਜਦੋਂ ਆਪਾਂ ਵਨ ਬੈਸਟ ਵੇ ਲੱਭ ਲੈਂਦੇ ਹਾਂ, ਇਹਦਾ ਮੇਨ ਥਿੰਗ ਆ ਸਾਇੰਟੀਫਿਕ ਮੈਨੇਜਮੈਂਟ ਦਾ ਹੀ ਲਿਖਣਾ ਵਾ ਕਿ ਹਰ ਇੱਕ ਚੀਜ਼ ਦਾ ਇੱਕ ਬੈਸਟ ਵੇ ਹੁੰਦਾ ਕਰਨ ਦਾ, ਠੀਕ ਹੈ। ਜਦੋਂ ਆਪਾਂ ਕੋਈ ਵੀ ਚੀਜ਼ ਦਾ ਇੱਕ ਬੈਸਟ ਵੇ ਲੱਭ ਲੈਂਦੇ ਹਾਂ ਕਰਨ ਦਾ, ਅਤੇ ਉਹਦੇ ਨਾਲ ਆਪਣੀ ਓਬਵੀਅਸਲੀ ਕੀ ਹੋ ਜਾਂਦੀ, ਪ੍ਰੋਡਕਸ਼ਨ ਕੀ ਹੋਣੀ ਸ਼ੁਰੂ ਹੋ ਜਾਂਦੀ ਆ, ਇਨਕਰੀਜ਼ ਹੋਣੀ ਸ਼ੁਰੂ ਹੋ ਜਾਂਦੀ ਹੈ, ਠੀਕ ਹੈ। ਰਿਡਕਸ਼ਨ ਇਨ ਕੋਸਟ, ਉਹੀ ਗੱਲ ਹੋ ਗਈ ਨਾ ਕਿ ਜਦੋਂ ਆਪਾਂ ਵਨ ਬੈਸਟ ਵੇ ਲੱਭਾਂਗੇ ਅਤੇ ਉਹਦੇ ਨਾਲ ਆਪਣੀ ਓਬਵੀਅਸਲੀ ਪ੍ਰੋਡਕਸ਼ਨ ਤਾਂ ਇਨਕਰੀਜ਼ ਹੋਊਗੀ ਬਟ ਕੋਸਟ ਕੀ ਹੋ ਜਾਊਗੀ, ਘੱਟ ਹੋ ਜਾਊਗੀ, ਠੀਕ ਹੈ। ਟੂ ਰਿਡਿਊਸ ਦ ਆਪਰੇਸ਼ਨਲ ਕੋਸਟ ਆਫ ਦ ਆਰਗੇਨਾਈਜੇਸ਼ਨ ਬਾਈ ਆਰਗੇਨਾਈਜ਼ਿੰਗ ਦ functioning of the organization on the basis of scientific methods, methods is also an objective of scientific management. In order to do so, control techniques based on scientific approach are adopted. ਬੱਚੇ ਜਿੱਦਾਂ ਤੁਹਾਨੂੰ ਹੁਣ ਪਤਾ ਲੱਗੇ ਕਿ ਰਿਡਕਸ਼ਨ ਇਨ ਕਾਸਟ ਕਿੱਦਾਂ ਹੋ ਸਕਦੀ, ਤੁਸੀਂ ਇਹ ਦੇਖਦੇ ਹੋ ਕਿ ਕਿੱਥੋਂ ਮਾਲ ਤੁਹਾਨੂੰ ਜੇ ਤੁਸੀਂ ਕੰਪਨੀ ਤੁਹਾਡੀ ਸ਼ੂਜ਼ ਦੀ ਆ ਤਾਂ ਕਿੱਥੋਂ ਤੁਹਾਨੂੰ ਲੇਜ਼ਸ 1 ਤੋਂ 10 ਰੁਪਏ ਦੇ ਮਿਲਣਗੇ, 1 ਤੋਂ 8 ਰੁਪਏ ਦੇ, ਤੁਸੀਂ 10 ਵਾਲੇ ਲਓ 8 ਵਾਲੇ ਲਓਗੇ ਨਾ। ਸੋ ਕਹਿੰਦੇ ਆ ਕਿ ਜਦੋਂ ਤੁਸੀਂ ਇੱਕ ਬੈਸਟ ਵੇ ਲੱਭ ਲੈਂਦੇ ਜੋ ਉਹਦੇ ਨਾਲ ਤੁਹਾਡੀ ਓਬਵੀਅਸਲੀ ਰਿਡਕਸ਼ਨ ਕੋਸਟ ਵੀ ਕੀ ਹੋ ਜਾਂਦੀ, ਉਹ ਵੀ ਕੀ ਹੋ ਜਾਂਦੀ ਹੈ, ਰਿਡਿਊਸ ਹੋ ਜਾਂਦੀ ਹੈ, ਠੀਕ ਹੈ। Change in attitude, another important objective of scientific management is to bring a change in the attitude of both managers and employees. For this, Taylor has supported the idea of mental revolution in the organization. Change in attitude ਦਾ ਮਤਲਬ ਹੁੰਦਾ ਵਾ ਕਿ ਦੇਖੋ ਕਿ ਸਾਇੰਸ ਦੇ ਨਾਲ ਕੀ ਹੋ ਗਿਆ ਵਾ ਕਿ ਹਰ ਇੱਕ ਚੀਜ਼ ਦਾ ਆਪਾਂ ਇੱਕ ਵਨ ਬੈਸਟ ਵੇ ਲੱਭ ਲਿਆ ਵਾ, ਠੀਕ ਹੈ। ਜਦੋਂ ਵਨ ਬੈਸਟ ਵੇ ਲੱਭ ਲਿਆ ਉਹਦੇ ਨਾਲ ਕੀ ਹੋਊਗਾ ਕਿ ਕੋਈ ਮੈਨੇਜਰ ਜਾਂ ਇੰਪਲੋਇਜ਼ ਇੱਕ ਦੂਜੇ ਨੂੰ ਬਲੇਮ ਨਹੀਂ ਕਰ ਸਕਣਗੇ ਐਂਡ ਉਹਦੇ ਨਾਲ ਉਹ ਕੀ ਕਰਨਗੇ, ਆਪਸ ਦੇ ਵਿੱਚ ਇਹ ਆਈਡੀਆਜ਼ ਦੇ ਵਿੱਚ ਚੇਂਜ ਲੈ ਕੇ ਆਉਣੇ ਕਿ ਨਹੀਂ, ਆਲ ਆਰ ਡੂਇੰਗ ਵੈਲ ਇਨ ਦ ਆਰਗੇਨਾਈਜੇਸ਼ਨ। ਸੋ ਮੈਨੇਜਰਸ ਦੇ ਵਿੱਚ ਵੀ ਚੇਂਜ ਆਏਗਾ, ਇੰਪਲੋਇਜ਼ ਦੇ ਵਿੱਚ ਵੀ ਚੇਂਜ ਆਏਗਾ, ਠੀਕ ਹੈ। ਇੰਪਰੂਵਮੈਂਟ ਇਨ ਕੁਆਲਿਟੀ, ਅਨਦਰ ਆਬਜੈਕਟਿਵ ਆਫ ਸਾਇੰਟੀਫਿਕ ਮੈਨੇਜਮੈਂਟ ਇਜ਼ ਇੰਪਰੂਵਮੈਂਟ ਇਨ ਕੁਆਲਿਟੀ, ਇਨ ਦ ਕੁਆਲਿਟੀ ਆਫ ਆਊਟਪੁੱਟ ਬਾਈ ਅਡੋਪਟਿੰਗ ਸਾਇੰਟੀਫਿਕ ਮੈਥਡਸ ਐਂਡ ਟੈਕਨੀਕਸ। ਕਹਿੰਦੇ ਕਿ ਜਦੋਂ ਆਪਾਂ ਸਾਇੰਸ ਯੂਜ਼ ਕਰਦੇ ਹਾਂ, ਸਾਇੰਟੀਫਿਕ ਮੈਥਡਸ ਯੂਜ਼ ਕਰਦੇ ਹਾਂ ਜਾਂ ਟੈਕਨੀਕਸ ਯੂਜ਼ ਕਰਦੇ ਹਾਂ, ਹੁਣੇ ਆਪਾਂ ਇਹਦੀਆਂ ਪ੍ਰਿੰਸੀਪਲਸ ਵੀ ਪੜ੍ਹਾਂਗੇ ਅਤੇ ਟੈਕਨੀਕਸ ਵੀ ਪੜ੍ਹਾਂਗੇ। ਕਹਿੰਦੇ ਜਦੋਂ ਆਪਾਂ ਉਹ ਟੈਕਨੀਕ ਯੂਜ਼ ਕਰਦੇ ਹਾਂ ਉਹਦੇ ਨਾਲ ਓਬਵੀਅਸਲੀ ਤੁਹਾਡੀ ਪ੍ਰੋਡਕਸ਼ਨ ਤਾਂ ਇਨਕਰੀਜ਼ ਹੁੰਦੀ ਆ ਵਿਦ ਮਿਨੀਮਮ ਕਾਸਟ, ਬਟ ਆਲਸੋ ਤੁਹਾਡੀ ਕੁਆਲਿਟੀ ਵੀ ਕੀ ਹੁੰਦੀ ਆ, ਇੰਪਰੂਵ ਹੁੰਦੀ ਆ, ਠੀਕ ਆ। ਆਪਟੀਮਮ ਯੂਜ਼ ਆਫ ਰਿਸੋਰਸਿਸ, another objective of scientific management is to promote optimum use of resources. Various techniques and methods of scientific management help in control wastages of physical and human resources and these promote optimum use of resources. ਬੱਚੇ ਇਹਦੇ ਵਿੱਚ ਕੀ ਹੁੰਦਾ, optimum use of resources ਦਾ ਮਤਲਬ ਇਹ ਆ ਕਿ ਦੇਖੋ ਜਦੋਂ ਤੁਸੀਂ ਵਧੀਆ ਮੈਥਡਸ ਯੂਜ਼ ਕਰੋਗੇ, ਟੈਕਨੀਕਸ ਯੂਜ਼ ਕਰੋਗੇ, ਜਿਹੜੀਆਂ ਕਿ ਆਪਾਂ ਪੜ੍ਹਾਂਗੇ ਕਿ ਟੇਲਰ ਨੇ ਕਿਹੜੀਆਂ ਟੈਕਨੀਕਸ ਦਿੱਤੀਆਂ, ਕਿਹੜੇ ਮੈਥਡਸ ਦਿੱਤੇ ਆ, ਉਹ ਜਦੋਂ ਆਪਾਂ ਪੜ੍ਹਾਂਗੇ ਤਾਂ ਉਹਦੇ ਵਿੱਚ ਤੁਹਾਨੂੰ ਪਤਾ ਚੱਲੂਗਾ ਕਿ ਉਹਨੇ ਇਹ ਚੀਜ਼ ਨੂੰ ਸਾਬਿਤ ਕੀਤਾ ਕਿ ਤੁਸੀਂ ਕੋਸਟ ਕਿੱਦਾਂ ਘਟਾ ਸਕਦੇ ਹੋ ਵਿਦ ਮਿਨੀਮਮ ਪ੍ਰੋਫਿਟ ਦੇ ਨਾਲ, ਤੁਸੀਂ ਆਪਣੇ ਰਿਸੋਰਸਿਸ ਦੀ ਕਿੱਦਾਂ ਐਫੀਸ਼ੀਐਂਟ ਯੂਟੀਲਾਈਜੇਸ਼ਨ ਕਰ ਸਕਦੇ ਜੋ ਤਾਂ ਜੋ ਤੁਹਾਨੂੰ ਘੱਟ ਤੋਂ ਘੱਟ ਕੀ ਪਵੇ, ਕੋਸਟ ਪਵੇ। ਕਹਿੰਦੇ ਕਿ ਇਹ ਸਾਰਿਆਂ ਨਾਲੋਂ ਸਾਇੰਟੀਫਿਕ ਮੈਥਡ ਦਾ ਇੱਕ ਵਨ ਆਫ ਦਾ ਐਡਵਾਂਟੇਜ ਆ ਕਿ ਤੁਸੀਂ ਆਪਣੇ ਰਿਸੋਰਸਿਸ ਦੀ ਫੁੱਲ ਐਡਵਾਂਟੇਜ ਲੈਂਦੇ ਜੋ। ਕੋਆਪਰੇਸ਼ਨ, ਕੋਆਰਡੀਨੇਸ਼ਨ ਐਂਡ ਬੈਟਰ ਰਿਲੇਸ਼ਨਸ, ਇਟ ਇਜ਼ ਆਲਸੋ ਐਨ ਆਬਜੈਕਟਿਵ ਆਫ ਸਾਇੰਟੀਫਿਕ ਮੈਨੇਜਮੈਂਟ ਟੂ ਪ੍ਰਮੋਟ ਕੋਆਪਰੇਸ਼ਨ, ਕੋਆਰਡੀਨੇਸ਼ਨ ਐਂਡ ਬੈਟਰ ਰਿਲੇਸ਼ਨਸ ਬਿਟਵੀਨ ਇੰਪਲੋਇਜ਼ ਐਂਡ ਮੈਨੇਜਰਸ ਇਨ ਦ ਆਰਗੇਨਾਈਜੇਸ਼ਨ ਸੋ ਦੈਟ ਆਰਗੇਨਾਈਜੇਸ਼ਨ ਮੇ ਵਰਕ ਸਕਸੈਸਫੁਲੀ। ਕਹਿੰਦੇ ਆ ਕਿ ਕੋਆਪਰੇਸ਼ਨ, ਕੋਆਰਡੀਨੇਸ਼ਨ ਐਂਡ ਬੈਟਰ ਰਿਲੇਸ਼ਨਸ ਦੇ ਵਿੱਚ ਇਹ ਚੀਜ਼ ਆਏਗੀ ਕਿ ਜਦੋਂ ਤੁਸੀਂ ਆਪਾਂ ਕੀ ਕਰਦੇ ਹਾਂ ਕਿ ਜਦੋਂ ਆਪਾਂ ਹਰ ਇੱਕ ਚੀਜ਼ ਦਾ ਇੱਕ ਬੈਸਟ ਵੇ ਲੱਭ ਲਿਆ, ਇਹਦੇ ਵਿੱਚ ਕੀ ਹੁੰਦਾ ਵਾ ਕਿ ਜਦੋਂ ਬੈਸਟ ਵੇ ਲੱਭ ਲੈਣੇ, ਮੈਂ ਤੁਹਾਨੂੰ ਬਾਰ-ਬਾਰ ਕਹਿ ਰਹੀ ਹਾਂ ਕਿ ਆਪਾਂ ਟੈਕਨੀਕਸ ਪੜ੍ਹਾਂਗੇ ਹੁਣੇ, ਫਿਰ ਤੁਹਾਨੂੰ ਸਮਝ ਆਊਗੀ ਕਿਹੜੀਆਂ ਅਤੇ ਕਹਿੰਦੇ ਉਹਦੇ ਨਾਲ ਕੀ ਆ ਕਿ ਕੋਈ ਇੱਕ ਦੂਜੇ ਨੂੰ ਬਲੇਮ ਨਹੀਂ ਕਰ ਸਕੂਗਾ, ਵਰਕਰ ਜਾਂ ਮੈਨੇਜਰ ਕਿ ਤੂੰ ਕੰਮ ਨਹੀਂ ਕੀਤਾ ਜਾਂ ਕਿਉਂ ਨਹੀਂ ਕੀਤਾ, ਤਾਂ ਉਹਦੇ ਨਾਲ ਤੁਹਾਡੀ ਆਰਗੇਨਾਈਜੇਸ਼ਨ ਦੇ ਵਿੱਚ ਓਬਵੀਅਸਲੀ ਕੀ ਆਊਗੀ, ਕੋਆਪਰੇਸ਼ਨ ਆਊਗੀ, ਤੁਸੀਂ ਇੱਕ ਦੂਜੇ ਨਾਲ ਮਿਲ ਵਰਤ ਕੇ ਰਹੋਗੇ, ਕੋਆਰਡੀਨੇਸ਼ਨ ਆਊਗੀ ਐਂਡ ਬੈਟਰ ਰਿਲੇਸ਼ਨਸ ਹੋਣਗੇ, ਤੁਹਾਡੇ ਇੱਕ ਦੂਜੇ ਨਾਲ ਤਾਲਮੇਲ ਕੀ ਹੋਣਗੇ, ਵਧੀਆ ਹੋਣਗੇ, ਠੀਕ ਹੈ ਬੱਚੇ। ਨੈਕਸਟ ਵਨ ਇਜ਼ ਦੈਟ ਕਿ ਪ੍ਰਿੰਸੀਪਲਸ ਆਫ ਸਾਇੰਟੀਫਿਕ ਮੈਨੇਜਮੈਂਟ, ਬੱਚੇ ਆਪਾਂ ਪ੍ਰਿੰਸੀਪਲਸ ਆਫ ਮੈਨੇਜਮੈਂਟ ਪੜ੍ਹੇ ਆ ਨਾ ਪਹਿਲੇ,
14 ਪ੍ਰਿੰਸੀਪਲਸ ਹੀ ਨਾ ਉਹ। ਹੁਣ ਇਹਦੇ ਵਿੱਚ ਕੀ ਹੈ, ਪ੍ਰਿੰਸੀਪਲਸ ਆਫ ਸਾਇੰਟਿਫਿਕ ਮੈਨੇਜਮੈਂਟ, ਡਿਫਰੈਂਸ ਸਮਝੋ। ਉਹਦੇ ਵਿੱਚ ਸਿੰਪਲ ਕਾਹਦੇ ਆ, ਪ੍ਰਿੰਸੀਪਲਸ ਆਫ ਮੈਨੇਜਮੈਂਟ, ਠੀਕ ਆ। ਐਂਡ ਇਹਦੇ ਵਿੱਚ ਕਾਹਦੇ ਪ੍ਰਿੰਸੀਪਲਸ ਆਉਣੇ, ਪ੍ਰਿੰਸੀਪਲਸ ਆਫ ਸਾਇੰਟਿਫਿਕ ਮੈਨੇਜਮੈਂਟ। ਬੱਚੇ ਇਹ 4 ਤਰ੍ਹਾਂ ਦੇ ਆ, ਠੀਕ ਆ। ਸਾਇੰਟਿਫਿਕ ਮੈਥਡਸ ਇਨ ਪਲੇਸ ਆਫ ਰੂਲ ਆਫ ਥੰਬ। ਬੱਚੇ ਆ ਕਿ ਕਹਿੰਦੇ ਆ ਕਿ ਪਹਿਲਾ ਪ੍ਰਿੰਸੀਪਲ ਕੀ ਆ ਕਿ ਤੁਸੀਂ ਸਾਇੰਸ ਯੂਜ਼ ਕਰੋ, ਸਾਇੰਸ ਦੇ ਮੈਥਡ ਯੂਜ਼ ਕਰੋ ਇਨ ਪਲੇਸ ਆਫ ਰੂਲ ਆਫ ਥੰਬ। ਰੂਲ ਆਫ ਥੰਬ ਦਾ ਮਤਲਬ ਹੁੰਦਾ ਕਿ ਤੁਸੀਂ ਪਹਿਲਾਂ ਕੀ ਕਰਦੇ ਹੁੰਦੇ ਸੀ ਕਿ ਆ ਨਹੀਂ ਕਰਾਂਗੇ, ਆ ਕਰ ਲਾਂਗੇ, ਆਪਣੀ ਮਰਜ਼ੀ ਨਾਲ ਜੋ ਮਰਜ਼ੀ ਲੈ ਕੇ ਅੱਟੇ ਸੱਟਣਾ। ਰੂਲ ਆਫ ਥੰਬ ਦਾ ਮਤਲਬ ਹੁੰਦਾ ਅੱਟਾ ਸੱਟਾ, ਠੀਕ ਆ ਨਾ, ਕਿ ਤੁਸੀਂ ਵੀ ਇੱਦਾਂ ਨਹੀਂ ਇੱਦਾਂ ਕਰ ਲਾਂਗੇ, ਇੱਦਾਂ ਨਹੀਂ ਇੱਦਾਂ। ਬਟ ਕਹਿੰਦੇ ਉਹਦੀ ਜਗ੍ਹਾ 'ਤੇ ਤੁਸੀਂ ਕੀ ਯੂਜ਼ ਕਰੋ, ਇੱਕ ਬੈਸਟ ਵੇ ਯੂਜ਼ ਕਰੋ, ਇੱਕ ਬੈਸਟ ਮੈਥਡ ਯੂਜ਼ ਕਰੋ, ਜਿਹਦੇ ਨਾਲ ਕਿ ਤੁਹਾਨੂੰ ਇਹ ਪਤਾ ਹੋਵੇ ਕਿ ਇਹਦੇ ਨਾਲ ਸਾਡੇ ਰਿਜ਼ਲਟਸ ਓਬਵੀਅਸਲੀ ਸਾਨੂੰ ਅਚੀਵ ਹੋ ਜਾਣਗੇ, ਸਾਨੂੰ ਬੈਟਰ ਰਿਜ਼ਲਟਸ ਮਿਲਣਗੇ, ਠੀਕ ਹੈ। ਦ ਫਸਟ ਪ੍ਰਿੰਸੀਪਲ ਆਫ ਸਾਇੰਟਿਫਿਕ ਮੈਨੇਜਮੈਂਟ ਇਜ਼ ਦੈਟ ਸਾਇੰਟਿਫਿਕ ਮੈਥਡਸ ਸ਼ੁੱਡ be used in the working of an organization. For this, scientific methods should be used in various managerial functions and working of the organization in place of traditional methods like rule of thumb, trial and error ਐਂਡ ਪਰਸਨਲ ਐਕਸਪੀਰੀਅੰਸ। ਕਹਿੰਦੇ ਆ ਕਿ ਤੁਸੀਂ ਕੀ ਆ, ਕਹਿੰਦੇ ਕਿ ਜਿਹਦੇ ਵਿੱਚ ਤੁਸੀਂ ਅੱਟਾ ਸੱਟਾ ਲਾਉਂਦੇ ਜੋ ਕਿ ਆ ਨਹੀਂ ਆ ਕਰ ਲਾਂਗੇ, ਆ ਨਹੀਂ ਆ ਕਰ ਲਾਂਗੇ, ਉਹ ਨਹੀਂ ਕਰਨਾ। ਟਰਾਇਲ ਐਂਡ ਆ ਯੂਜ਼ ਕਰ ਲਾਂਗੇ ਤੇ ਫਿਰ ਆ ਜਾਊਗਾ ਰਿਜ਼ਲਟ, ਨਹੀਂ। ਕਹਿੰਦੇ ਕਿ ਜਾਂ ਤੁਹਾਡਾ ਐਕਸਪੀਰੀਅੰਸ, ਪੁਰਾਣੇ ਐਕਸਪੀਰੀਅੰਸ ਤੋਂ ਵੀ ਨਹੀਂ ਤੁਸੀਂ ਇਹ ਚੀਜ਼ਾਂ, ਤੁਸੀਂ ਸਿਰਫ ਕਿਹੜੀ ਚੀਜ਼ ਤੋਂ ਵੇਖਣਾ ਵਾ, ਮੈਥਡਸ ਯੂਜ਼ ਲਾਓ। ਕਿ ਇੱਕ ਸਿੰਪਲ ਮੈਥਡ ਆ ਜਿਹੜਾ ਹਰ ਇੱਕ ਆਰਗੇਨਾਈਜੇਸ਼ਨ, ਤੁਸੀਂ ਹਰ ਸਾਲ ਉਹੀ ਮੈਥਡ ਲਾਓ ਤਾਂ ਜੋ ਤੁਹਾਨੂੰ ਇਹ ਪਤਾ ਚੱਲ ਸਕੇ ਕਿ ਤੁਹਾਨੂੰ ਪ੍ਰੋਫਿਟ ਹੋ ਰਿਹਾ ਜਾਂ ਨਹੀਂ ਹੋ ਰਿਹਾ, ਠੀਕ ਹੈ। ਅਕੋਰਡਿੰਗ ਟੂ ਟੇਲਰ, ਵਨ ਬੈਸਟ ਵੇ, ਉਹੀ ਗੱਲ ਹੋ ਗਈ ਨਾ, ਵਨ ਬੈਸਟ ਵੇ ਆਫ ਡੂਇੰਗ ਐਵਰੀ ਟਾਸਕ ਵਿਦ ਐਫੀਸ਼ੀਐਂਸੀ and effectiveness in the organization should be developed on the basis of scientific methods, ठीक है जी। For example, on the basis of scientific management, a specific time for performing every task may be determined in the organization. This can be done with the help of time study। ਹੁਣ ਇਹ ਤੁਸੀਂ ਅੱਗੇ ਦਾ ਪ੍ਰਿੰਸੀਪਲ ਪੜ੍ਹੋਗੇ ਕਿ ਕਿਹੜਾ ਟੈਕਨੀਕ ਪੜ੍ਹੋਗੇ ਕਿ ਕਿਹੜੀ ਟੈਕਨੀਕ ਆ ਉਹਦੀ, ਟਾਈਮ ਸਟੱਡੀ। ਟਾਈਮ ਸਟੱਡੀ ਟੈਕਨੀਕ ਦੇ ਵਿੱਚ ਕੀ ਹੁੰਦਾ ਵਾ ਕਿ ਕਹਿੰਦੇ ਕਿ ਹਰ ਇੱਕ ਕੰਮ ਕਰਨ ਦਾ ਇੱਕ ਤਰੀਕਾ ਹੁੰਦਾ ਅਤੇ ਹਰ ਇੱਕ ਟਾਈਮ ਹੁੰਦਾ। ਤਾਂ ਟਾਈਮ ਸਟੱਡੀ ਨਾਲ ਤੁਸੀਂ ਇਹ ਵੇਖ ਸਕਦੇ ਹੋ ਕਿ ਤੁਸੀਂ ਕਿੰਨੇ ਟਾਈਮ 'ਤੇ ਕੋਈ ਕੰਮ ਕੀਤਾ ਵਾ, ਅਤੇ ਉਹਦੇ ਨਾਲ ਤੁਸੀਂ ਓਬਵੀਅਸਲੀ ਕੀ ਅਚੀਵ ਕਰ ਸਕਦੇ ਹੋ, ਜੋ ਆਪਣੀ ਐਫੀਸ਼ੀਐਂਸੀ ਅਚੀਵ ਕਰ ਸਕਦੇ ਹੋ, ਜੋ ਐਂਡ ਇਫੈਕਟਿਵਨੈਸ ਅਚੀਵ ਕਰ ਸਕਦੇ ਹੋ। ਸੈਕਿੰਡ ਵਨ ਇਜ਼ ਦੈਟ ਹਾਰਮੋਨੀ ਨਾਟ ਡਿਸਕੋਰਡ। ਕਹਿੰਦੇ ਆ ਕਿ ਤੁਹਾਨੂੰ ਸਾਰਿਆਂ ਨੂੰ ਮਿਲ ਵਰਤ ਕੇ ਰਹਿਣਾ ਚਾਹੀਦਾ ਵਾ, ਨਾ ਕਿ ਡਿਸਕੋਰਡ ਦਾ ਮਤਲਬ ਹੁੰਦਾ ਲੜ ਝਗੜ ਕੇ, ਠੀਕ ਹੈ। ਹਾਰਮੋਨੀ ਮਤਲਬ ਇਕੱਠੇ ਰਹਿਣਾ ਚਾਹੀਦਾ, ਡਿਸਕੋਰਡ ਦਾ ਮਤਲਬ ਆ ਕਿ ਨਾ ਕਿ ਲੜ ਝਗੜ ਕੇ। ਅਕੋਰਡਿੰਗ ਟੂ ਟੇਲਰ, managers act as an important link between the owners and employees of the organization, but there is always a situation of discord and conflict between the employees and manager because manager want to earn maximum profit while employees want to get maximum remuneration। ਕਹਿੰਦੇ ਕਿ ਉਹਨਾਂ ਵਿੱਚ ਆਪਸ ਦੇ ਵਿੱਚ ਲੜਾਈ ਝਗੜਾ ਕਿਉਂ ਹੁੰਦਾ, ਕਿਉਂਕਿ ਇੰਪਲੋਇਜ਼ ਵੱਧ ਤੋਂ ਵੱਧ ਕੀ ਚਾਹੁੰਦੇ ਆ, ਇੰਪਲੋਇਜ਼ ਕੀ ਚਾਹੁੰਦੇ ਆ, ਵੱਧ ਤੋਂ ਵੱਧ ਕੀ ਚਾਹੁੰਦੇ ਆ, ਰੈਮੂਨਰੇਸ਼ਨ ਚਾਹੁੰਦੇ ਆ, ਅਤੇ ਮੈਨੇਜਰ ਨੂੰ ਕਹਿੰਦਾ ਵੱਧ ਤੋਂ ਵੱਧ ਪ੍ਰੋਫਿਟ। ਸੋ ਕਹਿੰਦਾ ਕਿ ਇਹ ਕਨਫਲਿਕਟ ਨੂੰ ਦੂਰ ਕਰਕੇ ਟੇਲਰ ਕੀ ਕਹਿੰਦਾ ਕਿ ਆਪਸ ਦੇ ਵਿੱਚ ਤੁਸੀਂ ਇੱਕ ਮੇਨ ਓਬਜੈਕਟਿਵ ਬਣਾਓ ਕਿ ਤਾਂ ਜੋ ਆਰਗੇਨਾਈਜੇਸ਼ਨ ਨੂੰ ਤਾਂ ਪ੍ਰੋਫਿਟ ਹੋਵੇ, ਨਾਲ ਨਾਲ ਕਿਹਨੂੰ ਪ੍ਰੋਫਿਟ ਹੋਵੇ, ਵਰਕਰਸ ਨੂੰ ਵੀ ਪ੍ਰੋਫਿਟ ਹੋਵੇ, ਅਤੇ ਤੁਹਾਡੇ ਵਿੱਚ ਆਪਸ ਦੇ ਵਿੱਚ ਹਾਰਮਨੀ ਹੋਣੀ ਚਾਹੀਦੀ, ਆਪਸ ਦੇ ਤੁਸੀਂ ਮਿਲ ਵਰਤ ਕੇ ਰਹੋ, ਨਾ ਕਿ ਲੜ ਝਗੜ ਕੇ, ਠੀਕ ਹੈ। ਕੋਆਪਰੇਸ਼ਨ ਐਂਡ ਡਿਵੀਜ਼ਨ ਆਫ ਰਿਸਪੋਂਸੀਬਿਲਿਟੀ, ਨਾਟ ਇੰਡੀਵਿਜੂਅਲਿਜ਼ਮ। ਕਹਿੰਦਾ ਵਾ ਕਿ ਤੁਸੀਂ ਸਾਰੇ ਡਿਵੀਜ਼ਨ ਆਫ ਹਰ ਇੱਕ ਨੂੰ ਡਿਊਟੀਜ਼ ਵੰਡੋ। ਇਹ ਨਹੀਂ ਹੈ ਕਿ ਇਕੱਲਾ ਇੱਕ ਜਾਣਾ ਕੰਮ ਕਰ ਰਿਹਾ ਅਤੇ ਬਾਕੀ ਵਿਹਲੇ ਬੈਠੇ। ਕਹਿੰਦੇ ਕਿ ਇੱਕ ਜਾਣੇ ਸਾਰਿਆਂ ਨੂੰ ਕੰਮ ਵੰਡ ਕੇ ਸਾਰਿਆਂ ਨੂੰ ਕਹੋ ਕਿ ਤੁਸੀਂ ਆਹ ਕੰਮ ਕਰਨਾ ਵਾ, ਨਾ ਕਿ ਇਕੱਲੇ ਨੂੰ ਕੰਮ ਕਹੋ। ਦ ਪ੍ਰਿੰਸੀਪਲ ਆਫ ਸਾਇੰਟਿਫਿਕ ਮੈਨੇਜਮੈਂਟ ਇਜ਼ ਇਨ ਫੈਕਟ ਐਨ ਐਕਸਟੈਂਸ਼ਨ ਆਫ ਦ ਪ੍ਰਿੰਸੀਪਲ ਆਫ ਹਾਰਮਨੀ ਨਾਟ ਡਿਸਕੋਰਡ। ਅਕੋਰਡਿੰਗ ਟੂ ਦਿਸ ਪ੍ਰਿੰਸੀਪਲ, there should be complete cooperation between employees and managers in the organization. Both should recognize the importance of each other and hence they should work together with cooperation for the success of the organization। ਉਹੀ ਗੱਲ ਹੋਈ ਕਹਿੰਦੇ ਕਿ ਤੁਸੀਂ ਹਰ ਇੱਕ ਮਿਲ ਜੁਲ ਕੇ ਰਹੋ। ਦੂਜੀ ਗੱਲ ਇਹ ਹੈ ਕਿ ਡਿਵੀਜ਼ਨ ਆਫ ਰਿਸਪੋਂਸੀਬਿਲਿਟੀ, ਕਿ ਹਰ ਇੱਕ ਦਾ ਕੰਮ ਵੰਡ ਦਿਓ ਤਾਂ ਜੋ ਇਕੱਲਾ ਬੰਦਾ ਕੰਮ ਨਾ ਕਰੇ। ਇਹਦੇ ਵਿੱਚ ਕੀ ਹੋਊਗਾ, ਟੇਲਰ ਹੈਜ਼ ਆਲਸੋ ਅੰਡਰ ਦਿਸ ਪ੍ਰਿੰਸੀਪਲ, ਟੇਲਰ ਹੈਜ਼ ਆਲਸੋ ਐਡਵੋਕੇਟਡ ਦ ਇਕੁਅਲ ਡਿਵੀਜ਼ਨ ਆਫ ਰਿਸਪੋਂਸੀਬਿਲਿਟੀ between employees and managers। According to him, managers should formulate appropriate plans and employees should implement those plans successfully। ਕਹਿੰਦੇ ਕਿ ਇਹਦੇ ਵਿੱਚ ਕੀ ਹੋਣਾ ਚਾਹੀਦਾ ਕਿ ਮੈਨੇਜਰਸ ਨੇ ਕੀ ਕਰਨਾ ਵਾ, ਆਪਣੀਆਂ ਪਲਾਨਸ ਦੱਸਣੇ ਆ, ਅਤੇ ਵਰਕਰਸ ਨੇ ਉਹਨਾਂ ਨੂੰ ਫਾਰਮੂਲੇਟ ਕਰਨਾ, ਵਰਕਰਸ ਨੇ ਉਹਨਾਂ ਨੂੰ ਕੀ ਲੈ ਕੇ ਆਉਣਾ, ਇਨ ਵਰਕ ਲੈ ਕੇ ਆਉਣਾ, ਠੀਕ ਹੈ। ਇਫ ਬੋਥ ਦ ਪਾਰਟੀਜ਼ ਵਰਕ ਵਿਦ ਕੋਆਪਰੇਸ਼ਨ ਐਂਡ ਫੁਲਫਿਲ ਦੇਅਰ ਰਿਸਪੋਂਸੀਬਿਲਿਟੀ ਓਨਲੀ ਦੈਨ ਦ ਆਰਗੇਨਾਈਜੇਸ਼ਨ ਵਿਲ ਬੀ ਸਕਸੈਸਫੁਲ। ਕਹਿੰਦੇ ਕਿ ਦੋਵੇਂ ਪਾਰਟੀਜ਼, ਮੈਨੇਜਰਸ ਵੀ ਅਤੇ ਵਰਕਰਸ ਆਪਣੀ ਡਿਊਟੀ ਸਮਝਣਗੇ ਤਾਂ ਹੀ ਆਰਗੇਨਾਈਜੇਸ਼ਨ ਇੱਕ ਸਕਸੈਸਫੁਲ ਆਰਗੇਨਾਈਜੇਸ਼ਨ ਹੋ ਸਕਦੀ ਹੈ, ਠੀਕ ਹੈ ਜੀ। ਲਾਸਟ ਵਨ ਇਜ਼ ਦੈਟ ਆਲ ਰਾਊਂਡ ਡਿਵਲਪਮੈਂਟ ਆਫ ਵਰਕਰਸ। ਦ ਪ੍ਰਿੰਸੀਪਲ ਆਫ ਸਾਇੰਟਿਫਿਕ ਮੈਨੇਜਮੈਂਟ ਇਜ਼ ਕੰਸਰਨਡ ਵਿਦ ਆਲ ਰਾਊਂਡ ਡਿਵਲਪਮੈਂਟ ਆਫ ਦ ਵਰਕਰਸ। ਅਕੋਰਡਿੰਗ ਟੂ ਦਿਸ ਪ੍ਰਿੰਸੀਪਲ, ਦ ਐਫੀਸ਼ੀਐਂਸੀ ਐਂਡ ਸਕਸੈਸ ਆਫ ਐਨ ਆਰਗੇਨਾਈਜੇਸ਼ਨ ਡਿਪੈਂਡ ਅਪੋਨ ਦ ਐਫੀਸ਼ੀਐਂਸੀ ਆਫ its employees। The efficiency of employees depends upon their selection, assignment of a suitable task, requires training and improvement in their performance with the passage of time। ਕਹਿੰਦੇ ਕਿ ਇਹਦੇ ਨਾਲ ਕੀ ਹੋਊਗਾ ਕਿ ਕਹਿੰਦੇ ਕਿ ਤੁਸੀਂ ਆਪਣੀ ਇੰਪਲੋਇਜ਼ ਦੀ ਐਫੀਸ਼ੀਐਂਸੀ, ਤੁਸੀਂ ਕਹਿੰਦੇ ਕਿ ਇੰਪਲੋਇਜ਼ ਦੀ ਐਫੀਸ਼ੀਐਂਸੀ ਵਧਾਉਣਾ ਚਾਹੁੰਦੇ, ਜੋ ਇਫੈਕਟਿਵਨੈਸ ਵਧਾਉਣਾ ਚਾਹੁੰਦੇ, ਜੋ ਉਹਦੇ ਰਾਹੀਂ ਤੁਸੀਂ ਕੀ ਕਰਨਾ ਚਾਹੋਗੇ, ਉਹਨਾਂ ਦੀ ਬੈਟਰ ਸਿਲੈਕਸ਼ਨ ਕਰੋ। ਸਿਲੈਕਸ਼ਨ ਇਹ ਆ ਕਿ ਤੁਸੀਂ ਉਹਨਾਂ ਨੂੰ ਵਧੀਆ ਇੰਪਲੋਇਜ਼ ਚੁਣੋ, ਠੀਕ ਹੈ। ਫਿਰ ਉਹਨਾਂ ਨੂੰ ਕੰਮ ਸਹੀ ਦਿਓ, ਉਹਨਾਂ ਦੇ ਅਕੋਰਡਿੰਗ ਦਿਓ। ਇਹ ਨਹੀਂ ਕਮਰਸ ਵਾਲੇ ਟੀਚਰ ਨੂੰ ਮੈਡੀਕਲ ਦਾ ਕੰਮ ਦਿੱਤਾ, ਠੀਕ ਹੈ।
ਫਿਰ ਉਹਨਾਂ ਦੀ ਟ੍ਰੇਨਿੰਗ ਲਾਓ ਤਾਂ ਜੋ ਕੀ ਹੋ ਸਕੇ ਉਹ ਓਵਰਆਲ ਹਰ ਇੱਕ ਚੀਜ਼ 'ਚ ਕੀ ਹੋ ਸਕਣ ਇਫੈਕਟਿਵ ਹੋ ਸਕਣ ਹੈਂਸ ਅਕੋਰਡਿੰਗ ਟੂ ਦਿਸ ਪ੍ਰਿੰਸੀਪਲ ਦ ਸਲੈਕਸ਼ਨ ਆਫ ਇੰਪਲੋਈ ਸ਼ੁੱਡ ਬੀ ਮੇਡ ਔਨ ਦ ਬੇਸਿਸ ਆਫ ਸਾਇੰਟਿਫਿਕ ਮੈਥਡਸ ਐਂਡ ਐਵਰੀ ਇੰਪਲੋਈ ਸ਼ੁੱਡ be assigned a suitable task on the basis of his qualities, physical ability and mental aptitude. Employees must be imparted to quiz training also with the help of scientific methods to accomplish the assigned task effectively and successfully. The scientific management aims to develop each person to his greatest ਐਫੀਸ਼ੈਂਸੀ ਇਹਦੇ ਵਿੱਚ ਕੀ ਕਿਹਾ ਵਾ ਕਿ ਵਰਕਰਸ ਨੂੰ ਤੁਸੀਂ ਉਹਨਾਂ ਕੀ ਕੰਮ ਉਹਨਾਂ ਦੇ ਕੁਆਲਿਟੀ ਦੇ ਅਕੋਰਡਿੰਗ ਹੀ ਉਹਨਾਂ ਨੂੰ ਕੰਮ ਦਿਓ ਉਹਨਾਂ ਦੀ ਜੋ ਉਹਨਾਂ ਦੀ ਐਜੂਕੇਸ਼ਨ ਉਹਦੇ ਅਕੋਰਡਿੰਗ ਕੰਮ ਦਿਓ ਤਾਂ ਜੋ ਵਰਕਰ ਆਪਣੇ ਕੰਮ ਦੇ ਵਿੱਚ ਕੀ ਹੋ ਸਕੇ ਬੈਟਰ ਹੋ ਸਕੇ ਇਫੈਕਟਿਵ ਹੋ ਸਕੇ ਸੋ ਕਹਿੰਦੇ ਆ ਕਿ ਤਾਂ ਹੀ ਆਪਣੀ ਆਰਗੇਨਾਈਜੇਸ਼ਨ ਕੀ ਕਰ ਸਕਦੀ ਟੇਲਰ ਕਹਿੰਦਾ ਵਾ ਗੋਲਸ ਅਚੀਵ ਕਰ ਸਕਦੀ ਹੈ ਬੱਚੇ ਇਹੀ ਪ੍ਰਿੰਸੀਪਲਸ ਆਫ ਸਾਇੰਟਿਫਿਕ ਮੈਨੇਜਮੈਂਟ ਦੈਟਸ ਆਲ ਫॉर ਟੂਡੇ ਬੱਚੇ ਇਹ 4 ਮਾਰਕਸ 'ਚ ਆ ਜਾਂਦਾ ਹੁੰਦਾ ਤੁਹਾਨੂੰ ਠੀਕ ਹੈ